ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਬ੍ਰਹਮ ਗਿਆਨੀ ਸੰਤ ਮਹਾਂਪੁਰਖ ਬਾਬਾ ਹਜ਼ਾਰਾ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਇੱਕ ਵਾਰ ਨਾ ਮਹਾਂਪੁਰਖ ਬਾਬਾ ਰੋਡੇ ਸ਼ਾਹ ਇੱਥੇ ਨਾ ਮੇਲਾ ਲੱਗਦਾ ਸਾਲ ਦੇ ਵਿੱਚ, ਉੱਥੇ ਗਏ ਸੀ। ਇਸ ਸਥਾਨ ਦੇ ਉੱਤੇ ਜਿੱਥੇ ਲੰਗਰ ਪਾਣੀ ਚੱਲਦਾ ਹੈਗਾ ਉੱਥੇ ਨਾਲ ਸ਼ਰਾਬ ਵੀ ਚੜ੍ਹਦੀ ਆ। ਇਸ ਦਿਨ ਪੰਜਾਬ ਸਰਕਾਰ ਜਾਂ ਪੁਲਿਸ ਵੱਲੋਂ ਛੁੱਟੀ ਹੁੰਦੀ ਆ ਕਿ ਇਸ ਟਾਈਮ ਜੋ ਵੀ ਸ਼ਰਾਬ ਲੈ ਕੇ ਆਉਂਦਾ ਅਤੇ ਉਹਦੀ ਰੋਕ ਟੋਕ ਨਹੀਂ ਹੁੰਦੀ। ਉਹ ਦੂਸਰੀ ਗੱਲ ਇਹ ਆ ਕਿ ਇੱਥੇ ਜਿਹੜੇ ਸ਼ਰਾਬ ਪੀਣ ਵਾਲੇ ਆ ਉਹ ਵੀ ਬਹੁਤ ਹਾਜ਼ਰ ਹੁੰਦੇ ਆ, ਔਰ ਖ਼ਾਸ ਕਰਕੇ ਜਿਹੜੇ ਵੈਸ਼ਨੋ ਸੰਗਤ ਹੈਗੀ ਲੋਕੀ ਹੈਗੀ ਉਹ ਵੀ ਇਹ ਮੇਲਾ ਦੇਖਣ ਬੜੇ ਆਉਂਦੇ ਆ। ਔਰ ਇਸ ਮੇਲੇ 'ਤੇ ਬਾਬਾ ਹਜ਼ਾਰਾ ਸਿੰਘ ਜੀ ਜਦ ਪਹੁੰਚੇ ਸੀਗੇ ਉਹਨਾਂ ਟਾਈਮਾਂ ਵਿੱਚ ਅਤੇ ਕਾਫੀ ਸੰਗਤ ਸੀ, ਅਤੇ ਸੰਗਤ ਜਿਹੜੀ ਸੀ ਨਾਲ ਹੈ ਨਾ ਸ਼ਬਦ ਪੜ੍ਹਦੀ ਜਾਂਦੀ ਸੀ। ਹੁਣ ਮਹਾਂਪੁਰਖ ਜਦ ਇਸ ਅਸਥਾਨ 'ਤੇ ਆਏ ਜਾਂ ਇੱਕ ਜਗ੍ਹਾ ਬਾਬਾ ਜੀ ਬੈਠ ਗਏ, ਬੈਠ ਕੇ ਸੰਗਤ ਨੇ ਹੈ ਨਾ ਉਹਨਾਂ ਟਾਈਮਾਂ ਦੇ ਵਿੱਚ ਸ਼ਬਦ ਪੜ੍ਹੇ, ਅਤੇ ਬਾਬਾ ਹਜ਼ਾਰਾ ਸਿੰਘ ਹੁਣਾਂ ਦਾ ਆਉਣਾ ਸੁਣ ਕੇ ਉਹਨਾਂ ਟਾਈਮਾਂ ਦੇ ਵਿੱਚ ਸੰਗਤ ਜਿਹੜੀ ਮੇਲੇ ਦੀ ਸੀ ਸਾਰੀ ਉੜਮ ਪੜੀ, ਬਹੁਤ ਭੀੜ ਜਮ੍ਹਾਂ ਹੋਈ। ਉਹ ਸਭ ਨੇ ਆ ਕੇ ਨਾ ਬਾਬਾ ਹਜ਼ਾਰਾ ਸਿੰਘ ਹੁਣਾਂ ਨੂੰ ਮੱਥੇ ਟੇਕਣੇ ਸ਼ੁਰੂ ਕਰਤੇ, ਨਮਸਕਾਰਾਂ ਕਰਨੀਆਂ ਸ਼ੁਰੂ ਕਰਤੀਆਂ। ਜਿਉਂ ਕਹਿ ਲਓ ਕਿ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਅਚਲ ਬਟਾਲੇ ਜਦੋਂ ਉਹਨਾਂ ਟਾਈਮਾਂ ਸ਼ਿਵਰਾਤਰੀ ਦੇ ਮੌਕੇ 'ਤੇ ਪਹੁੰਚੇ ਸੀ ਅਤੇ ਸਾਰੀ ਸ਼ਿਵਰਾਤਰੀ ਦੀ ਸੰਗਤ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸੀਗੇ ਉੱਥੇ ਉੜਮ ਪਈ ਸੀ, ਔਰ ਇਸੇ ਤਰ੍ਹਾਂ ਹੀ ਹੋਇਆ ਸੀਗਾ। ਇਹ ਦੇਖ ਕੇ ਉੱਥੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਵਿੱਚ ਇੱਕ ਥਾਣੇਦਾਰ ਸੀਗਾ ਜਿਹਦਾ ਨਾਂ ਸੀਗਾ ਤੀਰਥ ਸਿੰਘ। ਇਹ ਜਿਹੜਾ ਤੀਰਥ ਸਿੰਘ ਸੀਗਾ ਨਾ ਬੜੇ ਅੜ ਸੁਭਾਅ ਦਾ ਸੀਗਾ, ਅਤੇ ਇਹ ਘੋੜੇ 'ਤੇ ਸਵਾਰ ਸੀਗਾ, ਅਤੇ ਇਹਦੇ ਨਾਲ ਦੇ ਹੋਰ ਵੀ ਸਾਥੀ ਜਿਹੜੇ ਸਿਪਾਹੀ ਸੀ ਪੁਲਿਸ ਵਾਲੇ ਉਹ ਵੀ ਘੋੜੇ 'ਤੇ ਸਵਾਰੀ ਹੋ ਕੇ ਉਸ ਮੇਲੇ ਦੇ ਵਿੱਚ ਜਿਹੜੀਆਂ ਸੰਗਤਾਂ ਸੀ ਉਹਨਾਂ ਨੂੰ ਕੰਟਰੋਲ ਕਰ ਰਹੇ ਸੀ। ਇਹਨਾਂ ਨੇ ਦੇਖਿਆ ਕਿ ਮੇਲੇ ਦੀ ਸਾਰੀ ਭੀੜ ਜਿਹੜੀ ਆ ਉਹ ਇੱਕ ਪਾਸੇ ਹੋ ਗਈ। ਦੇਖਾਂ ਤਾਂ ਸੀ ਵੀ ਇੱਥੇ ਕੀ ਗੱਲ ਹੋਈ। ਜਦ ਫਿਰ ਇਹਨਾਂ ਨੂੰ ਪਤਾ ਲੱਗਾ ਵੀ ਇੱਥੇ ਹੈ ਨਾ ਨਿੱਕੇ ਘੁੰਮਣ ਵਾਲੇ ਮਹਾਂਪੁਰਖ ਬਾਬਾ ਹਜ਼ਾਰਾ ਸਿੰਘ ਜਿਹੜੇ ਪਹੁੰਚ ਗਏ ਆ, ਅਤੇ ਇਹ ਜਿਹੜਾ ਥਾਣੇਦਾਰ ਸੀਗਾ ਹੈ ਨਾ ਇਹਦੇ ਮਨ ਦੇ ਵਿੱਚ ਪਤਾ ਨਹੀਂ ਕੀ ਗੱਲ ਹੈ, ਇਹਨੇ ਬੜੀ ਖਾਰ ਖਾਧੀ। ਇਹ ਖਾਰ ਖਾਧੀ, ਇਹ ਸਣੇ ਘੋੜੇ ਸਵਾਰ ਆਪਣੇ ਸਿਪਾਹੀਆਂ ਦੇ ਨਾਲ ਉਸ ਸਥਾਨ 'ਤੇ ਆ ਗਿਆ। ਜਦ ਉਸ ਸਥਾਨ 'ਤੇ ਆ ਗਿਆ ਇਹ ਘੋੜੇ ਤੋਂ ਥੱਲੇ ਨਹੀਂ ਉਤਰਿਆ ਅਤੇ ਸਾਰੀ ਸੰਗਤ ਨੂੰ ਚੀਰਦਾ ਹੋਇਆ ਮਹਾਂਪੁਰਖਾਂ ਦੇ ਪਾਸ ਗਿਆ। ਜਦ ਮਹਾਂਪੁਰਖਾਂ ਦੇ ਪਾਸ ਗਿਆ ਤਾਂ ਜਿੱਥੇ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਹਜ਼ਾਰਾ ਸਿੰਘ ਜੀ ਬੈਠੇ ਸੀ, ਇਹਨਾਂ ਦੇ ਕੋਲ ਘੋੜੇ 'ਤੇ ਉਤਰਨ ਤੋਂ ਬਗੈਰ ਉੱਚੀ ਦੇਣੀ ਬੋਲਿਆ, ਕਹਿਣ ਲੱਗਾ ਵੀ ਤੂੰ ਪਖੰਡੀ ਸਾਧ ਹੈ, ਸਾਰੇ ਲੋਕਾਂ ਨੂੰ ਪਿੱਛੇ ਲਾਈ ਫਿਰਦਾ ਹੈਗਾ। ਹੁਣ ਇੱਥੇ ਮੇਲੇ ਵਿੱਚ ਵੀ ਜਿਹੜਾ ਤੂੰ ਪਹੁੰਚ ਗਿਆ ਹੈ ਆਪਣਾ ਪਖੰਡ ਦਿਖਾਉਣ ਵਾਸਤੇ। ਜਦ ਇਸ ਤਰ੍ਹਾਂ ਦੇ ਇੰਨੇ ਉੱਚੇ ਨੀਵੇਂ ਜਿਹੜੇ ਲਫ਼ਜ਼ ਗਏ ਅਤੇ ਉਹਨਾਂ ਟਾਈਮਾਂ ਦੇ ਵਿੱਚ ਮਹਾਂਪੁਰਖ ਜਿਹੜੇ ਸੀ ਬਿਲਕੁਲ ਸ਼ਾਂਤ ਚਿੱਤ ਅਡੋਲ ਬੈਠੇ ਰਹੇ। ਜਦ ਬਾਬਾ ਜੀ ਡੋਲ ਬੈਠੇ ਰਹੇ ਅਤੇ ਇਹ ਤੀਰਥ ਸਿੰਘ ਥਾਣੇਦਾਰ ਨੇ ਇੱਥੇ ਵੱਸ ਨਹੀਂ ਕੀਤੀ ਅਤੇ ਮਹਾਂਪੁਰਖਾਂ ਦੇ ਆਪਣੀ ਜਿਹੜੀ ਇੱਕ ਲੱਤ ਸੀ ਉਹ ਵੀ ਵਗਾਹ ਮਾਰੀ। ਜਦ ਲੱਤ ਵਗਾਹ ਮਾਰੀ ਬਸ ਫੇਰ ਕੀ ਸੀ, ਸਾਰੀ ਸੰਗਤ ਦੇ ਵਿੱਚ ਬੜਾ ਇਸ ਗੱਲ ਦਾ ਗੁੱਸਾ ਆਇਆ ਕਿ ਇਸ ਥਾਣੇਦਾਰ ਨੇ ਕੀ ਕੀਤਾ ਹੈਗਾ। ਬਿਨਾਂ ਕਿਸੇ ਗੱਲ ਤੋਂ ਆਪਣੀ ਥਾਣੇਦਾਰੀ ਦੀ ਰੋਹ ਬਚਾਉਣ ਵਾਸਤੇ ਮਹਾਂਪੁਰਖਾਂ ਦੀ ਲੱਤ ਕੱਢ ਮਾਰੀ ਆ। ਫਿਰ ਉਸ ਟਾਈਮ ਸੰਗਤ ਦੇ ਵਿੱਚੋਂ ਇੱਕ ਪ੍ਰੇਮੀ ਬੜੇ ਜੋਸ਼ ਦੇ ਨਾਲ ਬੋਲਿਆ ਅਤੇ ਉਹ ਕਹਿਣ ਲੱਗਾ, ਥਾਣੇਦਾਰਾ ਜਿਹੜੀ ਲੱਤ ਤੂੰ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਹਜ਼ਾਰਾ ਸਿੰਘ ਦੇ ਮਾਰੀ ਆ, ਇਹ ਜਿਹੜੀ ਲੱਤ ਹਨ ਤੇਰੀ ਟੁੱਟ ਜਾਊਗੀ। ਦੇਖੋ ਐਸਾ ਬਚਨ ਬੋਲਿਆ। ਉਹ ਥਾਣੇਦਾਰ ਨੇ ਤਾਂ ਗੱਲ ਸੁਣੀ ਨਾ ਸੁਣੀ ਕਰਕੇ ਉੱਥੋਂ ਘੋੜੇ 'ਤੇ ਸਵਾਰ ਹੋ ਕੇ ਉੱਥੋਂ ਚਲੇ ਗਿਆ, ਪਰ ਜਿਹੜੇ ਨਾਲ ਦੇ 4-5 ਸਿਪਾਹੀ ਉਹਦੇ ਨਾਲ ਹੋਰ ਘੋੜਿਆਂ 'ਤੇ ਸਵਾਰ ਸੀ ਉਹਨਾਂ ਨੇ ਗੱਲ ਚੰਗੀ ਤਰ੍ਹਾਂ ਸੁਣ ਲਈ। ਉਹ ਉਸੇ ਟਾਈਮ ਭੈ ਦੇ ਵਿੱਚ ਘੋੜਿਆਂ ਤੋਂ ਥੱਲੇ ਉਤਰੇ ਅਤੇ ਮਹਾਂਪੁਰਖਾਂ ਦੇ ਅੱਗੇ ਜਿਹੜੇ ਸੀਗੇ ਉਹ ਹੱਥ ਜੋੜ ਕੇ ਖੜ੍ਹ ਗਏ ਅਤੇ ਕਹਿਣ ਲੱਗੇ, ਬਾਬਾ ਜੀ ਇਹ ਸਾਡੀ ਮਜਬੂਰੀ ਆ, ਸਾਡੀ ਡਿਊਟੀ ਆ ਇਸ ਥਾਣੇਦਾਰ ਦੇ ਨਾਲ, ਪਰ ਅਸੀਂ ਮਜਬੂਰੀ ਔਰ ਡਿਊਟੀ ਕਰਕੇ ਹੁਣ ਕਹਿ ਨਹੀਂ ਸਕਦੇ, ਕੁਛ ਕਰ ਨਹੀਂ ਸਕਦੇ ਹੈਗੇ। ਜਦ ਉਹਨੇ ਤਰਲੇ ਕੀਤੇ ਪਰ ਮਹਾਂਪੁਰਖਾਂ ਨੇ ਉਸ ਥਾਣੇਦਾਰ ਦੇ ਜਿਹੜੇ ਨਾਲ ਸਿਪਾਹੀ ਸੀਗੇ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਉਸ ਤੋਂ ਬਾਅਦ ਫਿਰ ਬਾਬਾ ਜੀ ਸੰਗਤ ਨੂੰ ਕਹਿਣ ਲੱਗੇ, ਕਹਿੰਦੇ ਚਲੋ ਪ੍ਰੇਮੀਓ ਹੁਣ ਚੱਲਦੇ ਹਾਂ। ਉੱਥੇ ਉੱਠ ਕੇ ਨਾ ਬਾਬਾ ਜੀ ਜਿਹੜੇ ਸੀਗੇ ਉਹ ਪਿੱਛੋਂ ਹਟ ਕੇ ਇੱਕ ਦੂਰ ਜਗ੍ਹਾ 'ਤੇ ਜਾ ਕੇ ਬੈਠ ਗਏ। ਜਦ ਉੱਥੋਂ ਹਟ ਕੇ ਜਦ ਦੂਰ ਜਗ੍ਹਾ 'ਤੇ ਬੈਠ ਗਏ ਉਸ ਤੋਂ ਬਾਅਦ ਦੇਖੋ ਉਹ ਥਾਣੇਦਾਰ ਜਿਹੜਾ ਤੀਰਥ ਸਿੰਘ ਸੀਗਾ ਉਹਦੀ ਦਰਦਸ਼ਾ ਐਸੀ ਹੋਈ ਉਸੇ ਮੇਲੇ ਦੇ ਵਿੱਚ ਵੀ ਉਹ ਘੋੜੀ 'ਤੇ ਘੁੰਮਦਾ ਸੀਗਾ, ਨਸ਼ੇ 'ਚ ਚੂਰ ਸੀਗਾ, ਅਤੇ ਉਹ ਜਿਹੜਾ ਸੀਗਾ ਆਪਣੀ ਘੋੜੀ ਤੋਂ ਹੇਠਾਂ ਡਿੱਗਿਆ। ਜਦੋਂ ਜ਼ੋਰ ਦੇ ਨਾਲ ਉਹ ਡਿੱਗਿਆ ਅਤੇ ਫਿਰ ਉਹਦੀ ਜਿਹੜੀ ਇੱਕ ਲੱਤ ਸੀ ਜਿਹੜੀ ਮਹਾਂਪੁਰਖਾਂ ਦੇ ਮਾਰੀ ਸੀ ਉਹ ਹੀ ਟੁੱਟ ਗਈ। ਜਦ ਟੁੱਟ ਗਈ ਤਾਂ ਇਸ ਗੱਲ ਦੀ ਖਬਰ ਜਿਹੜੀ ਸੀਗੀ ਜਿੱਥੇ ਮਹਾਂਪੁਰਖ ਬੈਠੇ ਸੀ ਇਹਨਾਂ ਨੂੰ ਵੀ ਸੰਗਤ ਦੇ ਪ੍ਰਤੀ ਹੋ ਗਈ ਕਿ ਜੇ ਇਸ ਥਾਣੇਦਾਰ ਨੇ ਮਹਾਂਪੁਰਖਾਂ ਦੇ ਲੱਤ ਮਾਰੀ ਸੀ ਹੈ ਨਾ, ਉਹ ਥਾਣੇਦਾਰ ਦੀ ਲੱਤ ਟੁੱਟ ਗਈ ਅਤੇ ਨਾਲ ਜਿਹੜੇ ਪੁਲਿਸ ਕਰਮਚਾਰੀ ਚੱਕ ਕੇ ਉਹਨੂੰ ਹੌਸਪੀਟਲ ਲੈ ਗਏ। ਪਰ ਬਾਬਾ ਜੀ ਨੇ ਇਹਦੇ ਬਾਰੇ ਵੀ ਕੋਈ ਟਿੱਪਣੀ ਨਹੀਂ ਕੀਤੀ। ਉਸ ਤੋਂ ਬਾਅਦ ਮਹਾਂਪੁਰਖ ਜਿਹੜੇ ਸੀਗੇ ਆਪਣੇ ਨਿੱਕੇ ਘੁੰਮਣ ਡੇਰੀ ਅਸਥਾਨ 'ਤੇ ਆ ਗਏ।
जद इत्थे आ गए इधर जिहड़ा थाणेदार हॉस्पिटल सीगा, हॉस्पिटल वाले ने की कीता, उहदी टुट्टी लत्त दा जिहड़ा पलस्तर करता। जद पलस्तर कर दिता उस तो बाद देखो जदों पलस्तर खोलिया पर की देखिया वो जिहड़ी लत्त जिस जगह टुट्टी सी उत्थों होर जगह भी क्रैक हो गई। जद क्रैक हो गई फिर डॉक्टर ने कहा है कि ये जिहड़ा पलस्तर किया सूत नहीं आया, ये लत्त जिहड़ी आ इहदी क्रैकिंग होर जगह तो भी हो गई आ, तो इस करके ये दोबारा पलस्तर करना पऊगा। फिर इस तरह डॉक्टर ने दोबारा पलस्तर किया। जब दोबारा पलस्तर किया फिर जब पलस्तर खोलिया तो होर उहदे विच जिहड़ी सी लत्त दे विच होर जगह जिहड़ी सी वो टुट्टी होण दे जिहड़े निशान सामने आउण लग पे। डॉक्टर ने कहता कि ये लत्त जिहड़ी आ ये इधरों भी टुट गई आ। इस तरह करते करते गल की जिन्नी बारी भी पलस्तर होया लत्त दी सूत नहीं अगे तो अगे टुट्टी जाए। जब अगे तो अगे टुट्टी जाए उस जिहड़ा थाणेदार सीगा बिल के, पर हुण उहदा रोना हॉस्पिटल 'च कौन सुने। पर उहदे घरदिਆਂ ਨੂੰ भी इस गल का पता लग्या क्योंकि नाल दे पुलिस कर्मचारियों ने उन्होंने घरदिਆਂ ਨੂੰ दस दिता सीगा कि इस तीर सिंह थाणेदार ने महापुरखों की जिहड़ी लत्त कढ़ मारी सी उस टाइम जोड़ मेले दे विच। जद ये गल होई सी फिर घरदिਆਂ ने कहा भी भाई हुण देखो की कर सकते हैं, इन्हें महापुरखों की लत्त मारी आ तो यदी लत्त नूं होर कोई ठीक नहीं कर सकता, डॉक्टर भी नहीं कर सकते जिन्ना मर्जी जोर ला लैण। इस करके इन्हां नूं फिर महापुरखों के चरनी जाना पऊगा, उन्हां तो ही भुल बख्शाउणी पऊगी। ये सोच के तकरीबन 8 महीने बाद वो सारा परिवार जिहड़ा सीगा अपने रिश्तेदारां समेत इत्थे महापुरखों के दरबार निक्के घूमण पहुंचिया सी। जद बाबा जी के स्थान पर आया सीगा तो इस थाणेदार ने फिर महापुरखों के चरणों 'च मत्था टेका तो बड़ा रोया। जद रोया तो बाबा जी जिहड़े सी चुप करके बैठे रहे, पर उहदी घरवाली जिहड़ी सी थाणेदार दी वो बाबा जी नूं कहण लगी बाबा जी साडे ते किरपा करो। जद इस तरह की गल की महापुर कुछ नहीं बोले तो फिर नाल दा जिहड़ा सेवक सी उहनूं कहण लगे कहंदे भाई ये की कहंदे आ, ये की आंदे आ। जद इस तरह की गल हुई तो फिर उस सेवक कहण लग्या कहंदे महापुरखो ये जिहड़ा थाणेदार सीगा है ना इहदी लत्त टुट गई सी जदों तुसीं उत्थे गए सी, पर ये जिहड़ी लत्त इहदी टुट्टी है उही लत्त टुट्टी है जिहड़ी लत्त इन्हां ने तुहाडे उन्हां टाइमां दे विच रोडे शाह दा जदों मेला लगदा सीगा उस मेले विच मारी सी। जद इन्नी गल हुई तो फिर बाबा जी कहण लगे कहंदे भाई साडे तां कोई लत्त नहीं मारी, असीं तां इसनूं कुछ नहीं आख्या हैगा। जद इन्नी गल होई आ तो फिर वो थाणेदार दी घरवाली कहण कहंदी महापुरखो असीं तां अपना सारा जोर ला लिया, तुसीं किरपा करो भी इहदी लत्त जिहड़ी आ वो ठीक हो जाए। जद इन्नी गल हुई तो फिर बाबा जी नूं देखो तरस आ गया, तरस आ के कहण लगे चल ठीक आ तुसीं इस तरह करो घर जाके कुछ टाइम डॉक्टर नूं दोबारा दिखा लो तो फिर तुहाडी जिहड़ी लत्त हैगी आ गुरु नानक दी मेहर दे नाल ठीक हो जाऊगी। फिर देखो जद ये परिवार जिहड़ा सीगा फिर महापुरखों के वचन सदका जद घर गया सीगा, फिर जद जिहड़ा सीगा वो पलस्तर जिहदे विच हमेशा दर्द रहिंदा सीगा जद डॉक्टर ने जिहड़ा दोबारा वो खोलिया सीगा तो की देखिया सीगा लत्त जिहड़ी सी ना बिल्कुल सही हो गई सी। वो 2 महीने बाद फिर थाणेदार जिहड़ा सीगा वो सोटा फड़ के तुरन लग पिया। जब सोटा फड़ के तुरन लग पिया उस तो बाद उहदी लत्त जिहड़ी सी पूरी तरह ठीक हो गई। फिर ये जिहड़ा तीर सिंह थाणेदार इहदा परिवार सीगा ये फिर महापुरखों का श्रद्धालु हो गया सीगा। उस तो बाद ये परिवार ने जदों भी टाइम मिलना महापुरखों के दरबार 'च आ गए जोदड़ी अरदास सेवा करनी और अपना जीवन फिर इन्हां दा जिहड़ा सीगा इस तरह फिर महापुरखों की कृपा सदका जिहड़ा सीगा वो बदल गया सीगा। इस तरह एक बीबी जी दसदे सीगे कहण लगे कि मेरी है ना बाबा हजारा सिंह जी उत्ते बहुत ज़्यादा शरधा सी। इन्ने जन मेरी महापुरखों ते शरधा सीगी मैं कोई भी काम होना है ना जिवें बीबियां दी कुदरती प्रेम महापुरखों नाल हुंदा हैगा तो कोई भी गल होनी तो महापुरखों के चरणों 'च रजोई कर देनी। वो बीबी जी आखदे सीगे कि एक बार मैं घर 'च भिंडियां लाइयां, जद भिंडियां लाइयां तो मैं भिंडियां ला के ना उत्थे ही खड़ के बाबा हजारा सिंह हुणां जी दे चरणों दे विच अरदास बेनती कीती कि हे महापुरखो किरपा करो जिहड़ियां मेरियां भिंडियां हैं इहदा फल चंगा लगे तो मैं पहला फल जिहड़ा भिंडियां दा हैगा सारी सब्जी जिहड़ी आ वो आप जी दे चरणों 'च लैके संगत नूं छकाऊंगी। वो फिर बीबी जी कहण लगे कि देखो मैं घर अरदास कीती सी भिंडियां होईयां और बड़ियां भिंडियां लगियां। खैर कहंदे कुछ ऐसी कारण होया कि एक दिन जिहड़े बच्चे सीगे वो फिल्म देखण दे बड़े मेरे कहंदे चाहवान सीगे। कहंदे वो मैनूं कहण लगे भी माता जी गल एक हैगी आ अज फिल्म आउणी है इस करके असीं रोटी पानी दाल सब्जी पहले ही बना लेना हैगा तां जो असीं टाइम नाल टीवी दे मूहरे बह जाइए। हुण देखो आप संगतां जाणदियां बच्चों की कुछ इस तरह की आदत प्रेम खेडण देखण दी उम्र। कहंदे माता जी कहण लगे असीं कहा चलो ठीक आ पर कहंदे मैं कुछ काम पिया मैं बाहर चल गई पर मेरे बच्चों ने कहंदे उस उन्हां ही भिंडियां दी क्यारियां विच कुछ भिंडियां तोड़ के सब्जी बना ली। जब सब्जी बना ली कहंदे जदों मैं घर आई
तो मैं बच्चों ने पूछा भी हाँ कुछ बनाया तो नहीं, तो बच्चे कहने लगे माता जी सब्जी बना ली आ। कहने लगे मैं क्या काहदी सब्जी, कहते भिंडियां की। जद कहती मैं देखी, मैं क्या ओह तुसीं भिंडियां की सब्जी काहते बनाई, ये भिंडियां तो मैं महापुरखां की संगत दे विच सेवा वजों वरतणियां। जद इन्नी गल बच्चे कहण लगे असीं तां थोड़ियां भिंडियां तोड़ियां, बाकी तां भिंडियां उदां ही आ, बाकी तुसीं भिंडियां तोड़ के ना बाबा जी दे वास्ते सब्जी वास्ते लै जाओ। कहंदे फिर मैं क्या मैं इस तरह नहीं करनी, मैं सारियां भिंडियां सब्जी बना के खाणियां हैगी, एक भी भिंडी कोल नहीं रखनी हैगी। कहंदे जदों इन्नी गल होई तो बच्चे कहंदे फिर चुप कर गए। मैं की कीता कि चलो बच्चों के रोटी पानी का प्रोग्राम सीगा, कहंदे मैं प्रशादे लाउण लग पई। कहंदे एक गवांढियां दी लड़की कोठे उत्तों किन्ने मैनूं आवाज़ां मारी ते कहण लगे ताई जी कहंदे बाबा जी तुहाडे घर दे बूहे मूहरे खड़े आ। कहंदे जदों दी आवाज़ मेरे जे कन्नां 'च पई मैं हैरान हो गई कि मां पुत्त घूमण सी साडे दरवाजे के आ गए। कहंदे मैं दौड़ी गई, जाके दरवाज़ा खोलिया, जब देखा तो वाकई ब्रह्म ज्ञानी महापुरख संत बाबा हजारा सिंह खिंड साडे दरवाजे के खड़े। कहंदे मैं दौड़ के जाके महापुरखां दे चरण फड़ लै। जब चरण फड़ ले कहंदे बड़ी खुश, मैं महापुरखां नूं बड़े प्यार सत्कार नाल अंदर लिआंदा। जद कहंदे अंदर लिआंदा, अंदर आउंदे बाबा जी कहण लगे कहंदे बीबा इदां कर प्रशादा पानी तैयार है। कहंदे मैं क्या बाबा जी तैयार है, चल। कहंदे फिर इदां कर भिंडियां ना छका। कहंदे देखो उन्होंने भी उत्थे बैठी सारी चीज़ अंतरजामता खेड जिहड़ी सी समझ चुक लई सी। कहंदे मैं भी समझ गई। उस टाइम कहंदे मैं भिंडियां की सब्जी बड़े प्रेम दे नाल प्रशादा जिहड़ा सीगा परोस के बाबा जी दे अगे रखिया। कहंदे बाबा जी कहण लगे इस तरह कर हुण जल भी जिहड़ा थोड़ा छका दे। कहंदे मैं जल भी छकाया। जानू आंढ गुआंढ कहंदे सारे खबर हो गई कि महापुरख इन्हां दे घर आया। बस फिर की सी, कहंदे साडे घर तां मेला ही लग गया। जिहड़ी कहंदे बीबी आवे घरों दाल सब्जी पेटा जो भी है कहंदी बाबा जी वास्ते लैके आवे। ते जदों कहंदे लैके आवे तो बाबा जी दे अगे सारियां जिन्नियां भी कहंदे लंगर दीयां दालां सब्जियां प्रशादे सारे रख दिते। तो बाबा जी कहण लगे चलो तुसीं इदां करो सारा संगत च वरता दिओ। खैर कहंदे महापुरखां दा हुक्म होया, जिन्नी संगत आई सारे बच्चे कहंदे लंगर वरताता। उस तो बाद फिर कहंदे आंढ गुआंढ दीयां बीबियां बाबा जी नूं कहण लगे बाबा जी तुसीं साडे घर भी चरण पाओ, साडे घर भी चरण पाओ। तो कहंदे महापुरख कहण लगे कहंदे बस भाई हुण जिहड़े काम आए सी असीं काम कर चुके आ। उस तो बाद कहंदे बाबा जी जिहड़े सी उस साडे घरों बाहर नूं तुर पए। रस्ते दे विच कहंदे जदों तुरे गए सामने एक तंग आया, बस उहदे विच बैठ के महापुरख जिहड़े सी फिर घूमणी चले गए। भी उसे बीबी ने दस्सिया सीगा कि एक बार की होया कि साडे घर एक जिहड़ी गां सीगी जिहड़ी असीं बड़े प्रेम नाल पाली सीगी। कहंदे जदों सूई आ ना गां, सूण तो बाद कहंदे भी उन्हें सानूं जिहड़ा सीगा अपने लागे लगण नहीं दित्ता, दुੱਧ नहीं कहंदे असीं चो सके। असीं किहड़े बहुत यतन कीते भी ये गां जिहड़ी ताज़ी सूई आ इहदा दुੱਧ चो लईए। हुण बौली वाला दुੱਧ भारा हुंदा हैगा, पर कहंदे गां इन्नी अड़ीअल सीगी। कहंदे जदों भी असीं कोल जाइए वो छड़प्पे मारे, लत्तां मारे, छड़ा मारे, किसे नूं लागे दुੱਧ ना कहंदे भी वो चबाउण देवे। जदों कहंदे दुੱਧ ना चबाउण देवे अखीर कहंदे असीं सारे यतन करके थक गए। इस तरह करदे करदे कहंदे भी 5-7 दिन हो गए, पर हुण 5-7 दिन का जिहड़ा दुੱਧ सीगा सारा गां का जिहड़ा चड्डा सीगा उहदे विच जमा हो गया और इन्ना चड्डा भारा हो गया। भारा चड्डा होने के बावजूद भी कहंदे गां सानूं लागे ना लगण देवे। तो कहंदे फिर मेरे मन च डर पै गया। बीबी जी कहण लगे मैं क्या एडा भारा चड्डा बन गया हैगा, किते उही गल ना होवे भी दुੱਧ दे नाल ये गां साडी दा चड्डा पाड़ जावे, बड़ी मुश्किल हैगी आ। कहंदे मैं इसे सोच च सीगी। एक पंडित जी कहंदे आए। कहंदे जदों पंडित जी आए तो कहंदे मैं उस पंडित नाल गल कीती भी साडे इहदा करके पंडित जी गां हैगी आ ताज़ी सूई आ, 5-6 दिन हो गए पर सानूं लागे नहीं लगण दिंदी हैगी आ। तो इस करके असीं बड़े यतन कीते, रस्सियां भी पाईयां, सब कुछ कीता, छड़ा मार दिया, पर दुੱਧ किसे नूं जिहड़ी चबाउण नहीं दिंदी। जद इन्नी गल होई कहंदे वो पंडित मैनूं कहण लगा कहंदे बीबा इदां कर तूं अपना हत्थ दिखा। कहंदे मैं की कीता, अपना जिहड़ा हत्थ सीगा पंडित दे अगे करता। जद पंडित दे अगे हत्थ कीता तो पंडित मैनूं कहण लगा बीबा इस गां दा दुੱਧ तेरे कर्मां 'च है नहीं, इस गां दा जिहड़ा दुੱਧ आ ना वो किसी ब्राह्मण दे कर्मां 'च आ। इस तरह तू कर ये गां जिहड़ी सानूं दे दे क्योंकि तेरे कर्मां 'च दुੱਧ ही नहीं हैगा, तो इहदा कर्मां दा दुੱਧ जिहड़ा साडे वास्ते आ, तो असीं इहदा दुੱਧ जिहड़ा पी लवांगे तो बाकी पंडित जिन्ने आ उहनां नूं छका देंगे। जद कहंदे इन्नी गल होई तो बीबी कहण लगी मैं मन 'च सोचिया भी चंगा मैनूं हत्थ दिखाया, ये पंडित दा जिहड़ा हैगा ये तां मेरे तों गां मंगदा हैगा, ये तां लोभी हैगा। कहंदी मैं फिर पंडित नूं आख्या मैं कहा पंडित जी ये मैं गुरु नानक दे घर दी दासी हैगी आ, मैं कोई इस तरह दी नहीं हैगी कि जिहड़ा अपने गुरु तो भरोसा जिहड़ा हैगा किसी होर ढाडे वट के पंडितां ते रख लवां। कहंदे फिर मैं उस पंडित नूं मक्खण शाह बाबा मक्खण शाह लवाणा जी का जो जहाज़ जिहड़ा सी डुੱਬਣ लगा सीगा
ਉਹਦੀ ਸਾਖੀ ਸੁਣਾਈ ਕਿ ਕਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਦਾ ਡੁੱਬਦਾ ਜਹਾਜ਼ ਬੰਨੇ ਲਾਤਾ ਹੈਗਾ। ਅਤੇ ਇਸੇ ਤਰ੍ਹਾਂ ਮੇਰਾ ਜਿਹੜਾ ਜਹਾਜ਼ ਹੈਗਾ ਉਹ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਵਾਲੇ ਉਹ ਜ਼ਰੂਰ ਬੰਨੇ ਲਾਉਣਗੇ। ਇਹ ਮੇਰੀ ਕਹਿੰਦੀ ਪੱਕੀ ਸ਼ਰਧਾ ਅਤੇ ਯਕੀਨ ਹੈਗਾ। ਜਦ ਇੰਨੀ ਗੱਲ ਹੋਈ ਤਾਂ ਕਹਿੰਦੀ ਉਹ ਪੰਡਤ ਜਿਹੜਾ ਸੀਗਾ ਮੇਰੀ ਇਹ ਗੱਲ ਸੁਣ ਕੇ ਇੱਥੋਂ ਚਲਾ ਗਿਆ। ਅਤੇ ਫਿਰ ਬੀਬੀ ਜੀ ਕਹਿਣ ਲੱਗੇ ਮੈਂ ਸਿੱਧੀ ਮਹਾਂਪੁਰਖਾਂ ਦੇ ਪਾਸ ਚਲੇ ਗਏ। ਜਦ ਕਹਿੰਦੇ ਬਾਬਾ ਜੀ ਦੇ ਪਾਸ ਗਈ ਅਤੇ ਬਾਬਾ ਜੀ ਦਾ ਇੱਕ ਸੇਵਕ ਜਿਹੜਾ ਸੀ ਨਾ ਬਾਬਾ ਜੀ ਦੇ ਚਰਨਾਂ 'ਚ ਬੈਠਾ, ਅਤੇ ਬਾਬਾ ਜੀ ਨੰਗੀ ਮੰਜੀ ਦੇ ਉੱਤੇ ਜਿਹੜੇ ਸੀਗੇ ਸਿਰ ਨੀਵਾਂ ਕਰਕੇ ਬੈਠੇ ਹੋਏ ਸੀ। ਕਹਿੰਦੇ ਮੈਂ ਪਾਉਂਦੀ ਵੱਲੋਂ ਬੀਬੀ ਜੀ ਕਹਿਣ ਲੱਗੇ ਜਾ ਕੇ ਮੱਥਾ ਟੇਕਿਆ ਅਤੇ ਅਰਜ਼ ਗੁਜ਼ਾਰੀ। ਮੈਂ ਕਿਹਾ ਮਹਾਂਪੁਰਖੋ ਘਰ ਦੇ ਵਿੱਚ ਤਾਜ਼ੀ ਗਾਂ ਸੂਈ ਆ, 7 ਦਿਨ ਹੋ ਗਏ, ਉਹ ਕਿਸੇ ਨੂੰ ਆਪਣਾ ਦੁੱਧ ਚਵਾਉਣ ਨਹੀਂ ਦਿੰਦੀ। ਬੜੇ ਯਤਨ ਕੀਤੇ, ਰੱਸੀਆਂ ਵੀ ਪਾਈਆਂ, ਉਹ ਛੜਾ ਮਾਰਦੀ ਆ ਅਤੇ ਬੱਚੇ ਵੀ ਜਿਹੜੇ ਦੁੱਧ ਨੂੰ ਤਰਸਦੇ ਆ। ਤੁਸੀਂ ਕਿਰਪਾ ਕਰੋ ਵੀ ਉਹ ਜਿਹੜੀ ਗਾਂ ਹੈਗੀ ਉਹ ਮੈਨੂੰ ਮਿਲ ਜਾਵੇ। ਜਦ ਕਹਿੰਦੇ ਮੈਂ ਇਸ ਤਰ੍ਹਾਂ ਬੇਨਤੀ ਕੀਤੀ ਅਤੇ ਕਹਿੰਦੇ ਬਾਬਾ ਜੀ ਨੇ ਮੇਰੀ ਬੇਨਤੀ ਸੁਣ ਕੇ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਮੇਰੇ ਵੱਲ ਤਾਂ ਕਹਿੰਦੇ ਤੱਕਣਾ ਕੀ ਆ, ਕੁਛ ਨਹੀਂ ਬੋਲੇ। ਜਿਸ ਤਰ੍ਹਾਂ ਬੈਠੇ ਇਸੇ ਤਰ੍ਹਾਂ ਬੈਠੇ ਰਹੇ। ਜਦ ਕਹਿੰਦੇ ਬ੍ਰਹਮਲੀਨ ਮਹਾਂਪੁਰਖ ਜਿਹੜੇ ਸੀ ਇਸ ਤਰ੍ਹਾਂ ਬੈਠੇ ਰਹੇ। ਉਹ ਬੀਬੀ ਜੀ ਕਹਿੰਦੀ 1-2 ਮਿੰਟ ਬਾਅਦ ਫਿਰ ਮੈਂ ਦੁਬਾਰਾ ਹੀ ਬੇਨਤੀ ਦੁਹਰਾਈ। ਜਦ ਦੁਬਾਰਾ ਫਿਰ ਇਹ ਬੇਨਤੀ ਕੀਤੀ ਅਤੇ ਕਹਿੰਦੀ ਮਹਾਂਪੁਰਖਾਂ ਨੇ ਫਿਰ ਕੋਈ ਜਵਾਬ ਨਹੀਂ ਦਿੱਤਾ। ਜਦ ਜਵਾਬ ਨਹੀਂ ਦਿੱਤਾ ਤਾਂ ਕਹਿੰਦੇ ਵੀ ਉਸ ਤੋਂ ਬਾਅਦ ਜਿਹੜਾ ਸੇਵਕ ਮਹਾਂਪੁਰਖਾਂ ਦੇ ਚਰਨਾਂ 'ਚ ਬੈਠਾ ਸੀਗਾ ਕਹਿੰਦੇ ਬਾਬਾ ਜੀ ਨੂੰ ਕਹਿਣ ਲੱਗੇ ਕਹਿੰਦੇ ਬਾਬਾ ਜੀ ਆਪ ਜਿਹੜੀ ਬੀਬੀ ਬੜੀ ਦੂਰੋਂ ਚੱਲ ਕੇ ਆਈ ਆਪ ਜੀ ਦੇ ਅੱਗੇ ਬੇਨਤੀ ਕਰਦੀ ਆ। ਕਹਿੰਦੇ ਜੇ ਇੰਨੀ ਗੱਲ ਹੋਈ ਅਤੇ ਕਹਿੰਦੇ ਬਾਬਾ ਜੀ ਨੇ ਆਪਣੀ ਅੱਖ ਥੋੜ੍ਹੀ ਜਿਹੀ ਅੱਖ ਖੋਲ੍ਹੀ ਅਤੇ ਆਪਣੇ ਸੇਵਾਦਾਰ ਨੂੰ ਕਹਿਣ ਲੱਗੇ ਹਾਂ ਦੱਸ ਕੀ ਆਂਦੀ ਆ ਇਹ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਕਹਿੰਦੇ ਫਿਰ ਸੇਵਕ ਕਹਿਣ ਲੱਗਾ ਬਾਬਾ ਜੀ ਵੀ ਇਹ ਜਿਹੜੀ ਬੀਬੀ ਹੈ ਇਹ ਬੇਨਤੀ ਕਰਦੀ ਆ ਵੀ ਘਰ ਤਾਜ਼ੀ ਗਾਂ ਸੂਈ ਹੈ, 6-7 ਦਿਨ ਹੋ ਗਏ, ਦੁੱਧ ਨਹੀਂ ਦਿੰਦੀ, ਬੱਚੇ ਤਰਸਦੇ ਆ, ਬੜੀ ਬੁਰੀ ਹਾਲਤ ਹੈ, ਤੁਸੀਂ ਕਿਰਪਾ ਕਰੋ ਉਹ ਗਾਂ ਜਿਹੜੀ ਆ ਉਹਦਾ ਦੁੱਧ ਜਿਹੜਾ ਹੈਗਾ ਅਸੀਂ ਚੋ ਕੇ ਆਪਣਾ ਜਿਹੜਾ ਹੈਗਾ ਉਹ ਡੰਗ ਸਾਰ ਲਈਏ। ਅਤੇ ਬਾਬਾ ਜੀ ਜਿਹੜੇ ਸੀ ਕਹਿੰਦੇ ਸਾਨੂੰ ਕਹਿਣ ਲੱਗੇ ਕਹਿੰਦੇ ਮੈਂ ਇੱਥੇ ਲੋਕਾਂ ਦੀਆਂ ਗਾਈਆਂ ਦੇ ਦੁੱਧ ਚਵਾਉਂਦਾ ਫਿਰਦਾ ਹੈਗਾ। ਕਹਿੰਦੇ ਮੂੰਹ ਚੱਕ ਕੇ ਲੋਕੀ ਜਿਹੜੇ ਸਾਡੇ ਵੱਲ ਨੂੰ ਤੁਰ ਪੈਂਦੇ ਆ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਬੀਬੀ ਜੀ ਕਹਿੰਦੇ ਮੈਂ ਜਿਹੜੀ ਸੀ ਚੁੱਪ ਕਰਕੇ ਖੜੀ ਰਹੀ। ਜਦ ਚੁੱਪ ਕਰਕੇ ਖੜੀ ਰਹੀ 1-2 ਮਿੰਟ ਦੀ ਚੁੱਪੀ ਤੋਂ ਬਾਅਦ ਕਹਿੰਦੇ ਮਹਾਂਪੁਰਖਾਂ ਨੇ ਫਿਰ ਮੇਰੇ ਵੱਲ ਥੋੜ੍ਹੀ ਜਿਹੀ ਨਜ਼ਰ ਕਰਕੇ ਦੇਖਿਆ ਅਤੇ ਮੈਨੂੰ ਕਹਿਣ ਲੱਗੇ ਹਾਂ ਬੀਬਾ ਕੀ ਆਂਦੀ ਆ। ਫਿਰ ਉਹ ਬੀਬੀ ਜੀ ਕਹਿਣ ਲੱਗੇ ਮੈਂ ਦੁਬਾਰਾ ਫਿਰ ਬੇਨਤੀ ਕੀਤੀ ਕਿ ਬਾਬਾ ਜੀ ਵੀ ਸਾਡੇ ਗਾਂ ਸੂਈ 6-7 ਦਿਨ ਹੋ ਗਏ, ਚੱਡਾ ਬੜਾ ਭਾਰੀ ਆ, ਦੁੱਧ ਨਹੀਂ ਦਿੰਦੀ, ਸਾਰੇ ਯਤਨ ਕਰਕੇ ਦੇਖ ਲਏ, ਤੁਸੀਂ ਕਿਰਪਾ ਕਰੋ ਕਿ ਉਹ ਗਾਂ ਜਿਹੜੀ ਆ ਦੁੱਧ ਦੇਣ ਲੱਗ ਪਵੇ। ਜਦ ਕਹਿੰਦੇ ਇੰਨੀ ਗੱਲ ਹੋਈ ਅਤੇ ਕਹਿੰਦੇ ਫਿਰ ਬੀਬੀ ਜੀ ਕਹਿਣ ਲੱਗੇ ਕਿ ਮੇਰੀ ਗੱਲ ਸੁਣ ਕੇ ਨਾ ਮਹਾਂਪੁਰਖ ਕਹਿੰਦੇ ਦਇਆ ਦੇ ਘਰ 'ਚ ਆ ਗਏ। ਤੂੰ ਮੈਨੂੰ ਕਹਿਣ ਲੱਗੇ ਬੀਬੀ ਇਸ ਤਰ੍ਹਾਂ ਕਰ, ਤੂੰ ਘਰ ਨੂੰ ਜਾ, ਜਦੋਂ ਖੱਬਾ ਪੈਰ ਪੱਟੂਗੀ ਤਾਂ ਸਤਨਾਮ ਕਹੀ, ਜਦੋਂ ਸੱਜਾ ਪੱਟੂਗੀ ਤਾਂ ਗੁਰੂ ਗਈ। ਇਸ ਤਰ੍ਹਾਂ ਕਹਿੰਦੇ ਕਦਮ ਬਾਈ ਕਦਮ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਘਰ ਨੂੰ ਤੁਰੀ ਜਾਈ, ਪਿੱਛਾ ਮੁੜ ਕੇ ਨਾ ਦੇਖੀ ਤੇ ਨਾ ਕਿਸੇ ਨਾਲ ਰਸਤੇ 'ਚ ਗੱਲ ਕਰੀ। ਜਦ ਕਹਿੰਦੇ ਇੰਨੀ ਗੱਲ ਹੋਈ ਤਾਂ ਬੀਬੀ ਜੀ ਕਹਿੰਦੇ ਅਸੀਂ ਪ੍ਰਸੰਨ ਹੋ ਗਏ। ਉਸੇ ਟਾਈਮ ਮਹਾਂਪੁਰਖਾਂ ਦੇ ਚਰਨਾਂ 'ਚ ਮੱਥਾ ਟੇਕਿਆ। ਜਦੋਂ ਕਹਿੰਦੇ ਮੱਥਾ ਟੇਕਦਾ ਫਿਰ ਕਹਿੰਦੇ ਅਸੀਂ ਘਰ ਨੂੰ ਤੁਰ ਪਏ। ਜਦੋਂ ਕਹਿੰਦੇ ਅਸੀਂ ਘਰ ਨੂੰ ਤੁਰ ਪਏ ਇਸ ਤਰ੍ਹਾਂ ਕਹਿੰਦੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਘਰ ਪਹੁੰਚ ਗਏ। ਜਦ ਬੀਬੀ ਜੀ ਕਹਿੰਦੇ ਅਸੀਂ ਘਰ ਪਹੁੰਚ ਗਏ ਤਾਂ ਬੱਚੇ ਸਾਨੂੰ ਦੇਖ ਕੇ ਕਹਿਣ ਲੱਗੇ ਹਾਂ ਬੀਬੀ ਜੀ ਬਾਬਾ ਜੀ ਕੀ ਕਹਿੰਦੇ ਆ। ਕਹਿੰਦੇ ਹੁਣ ਮਹਾਂਪੁਰਖਾਂ ਦਾ ਬਚਨ ਸੀਗਾ ਬੀਬਾ ਬੋਲਣਾ ਨਹੀਂ। ਕਹਿੰਦੇ ਮੈਂ ਕੋਈ ਜਵਾਬ ਨਹੀਂ ਦਿੱਤਾ। ਅਤੇ ਕਹਿੰਦੇ ਫਿਰ ਮੇਰੇ ਜਿਹੜੇ ਘਰ ਵਾਲੇ ਸੀ ਉਹ ਵੀ ਕਹਿੰਦੇ ਮੰਜੇ 'ਤੇ ਬੈਠੇ ਹੋਏ ਸੀ ਅਤੇ ਕਹਿੰਦੇ ਮੈਨੂੰ ਦੇਖ ਕੇ ਕਹਿਣ ਲੱਗੇ ਤੂੰ ਬਾਬੇ ਦੇ ਗਈ ਸੀ, ਤੂੰ ਜਵਾਬ ਕਿਉਂ ਨਹੀਂ ਦਿੰਦੀ, ਤੇਰੇ ਬਾਬੇ ਨੇ ਤੈਨੂੰ ਕੀ ਆਖਿਆ। ਅਤੇ ਬੀਬੀ ਜੀ ਕਹਿਣ ਲੱਗੀ ਮੈਂ ਕੁਛ ਨਹੀਂ ਬੋਲੀ। ਅਤੇ ਮੇਰੇ ਘਰ ਵਾਲੇ ਕਹਿਣ ਲੱਗੇ ਕਹਿੰਦੇ ਕੀ ਗੱਲ ਤੂੰ ਕੂੰਦੀ ਕਿਉਂ ਨਹੀਂ ਹੈ, ਕਿਉਂ ਨਹੀਂ ਬੋਲਦੀ। ਕਹਿੰਦੀ ਮੈਂ ਕੋਈ ਜਵਾਬ ਨਹੀਂ ਦਿੱਤਾ। ਬਾਲਟੀ ਚੱਕ ਕੇ ਕਹਿੰਦੀ ਵੀ ਮੈਂ ਗਾਂ ਵੱਲ ਤੁਰ ਪਈ। ਜਦ ਗਾਂ ਵੱਲ ਤੁਰ ਪਈ ਕਹਿੰਦੇ ਮੇਰੇ ਘਰ ਦੇ ਅਤੇ ਮੇਰਾ ਘਰ ਵਾਲਾ ਜਿਹੜਾ ਉਹ ਦੇਖਦਾ ਹੈਗਾ। ਮੈਂ ਕਹਿੰਦੀ ਜਾ ਕੇ ਬੱਛਾ ਛੱਡਿਆ। ਜਦ ਕਹਿੰਦੀ ਬੱਛਾ ਛੱਡਿਆ ਅਤੇ ਗਾਂ ਜਿਹੜੀ ਸੀ ਛੜਾ ਮਾਰਦੀ ਸਭ ਕੁਝ ਕਰਦੀ, ਕਹਿੰਦੀ ਚੁੱਪ ਕਰਕੇ ਖੜ੍ਹ ਗਈ। ਉਸ ਤੋਂ ਬਾਅਦ ਫਿਰ ਬੀਬੀ ਜੀ ਕਹਿੰਦੀ ਵੀ ਮੈਂ ਗਾਂ ਦੇ ਥੱਲੇ ਬੈਠ ਕੇ ਦੁੱਧ ਚੋਇਆ। ਜਦ ਦੁੱਧ ਚੋਇਆ 1 ਬਾਲਟੀ ਜਿਹੜੀ ਸੀ ਦੁੱਧ ਦੀ ਨੱਕੋ ਨੱਕ ਭਰ ਗਈ। ਜਦੋਂ ਕਹਿੰਦੀ ਨੱਕੋ ਨੱਕ ਭਰੀ ਤਾਂ ਫਿਰ ਬੀਬੀ ਜੀ ਕਹਿਣ ਲੱਗੇ ਕਿ ਮੇਰੇ ਮਨ 'ਚ ਅੱਜ ਤਾਂ ਚੱਡੇ 'ਚ ਦੁੱਧ ਬਹੁਤ ਹੈਗਾ। ਫਿਰ ਕਹਿੰਦੀ ਮੈਂ ਦੂਸਰੀ ਬਾਲਟੀ ਲਈ, ਉਹ ਦੂਸਰੀ ਬਾਲਟੀ ਵੀ ਦੁੱਧ ਦੀ ਭਰ ਗਈ। ਅਤੇ ਫਿਰ ਮੇਰੇ ਮਨ 'ਚ ਵੀ ਇੱਦਾਂ ਦੁੱਧ ਕੀ ਕਰਨਾ ਹੈਗਾ। ਅਤੇ ਫਿਰ ਕਹਿੰਦੀ ਮੇਰੇ ਮਨ 'ਚ ਆਇਆ, ਮੈਂ ਕਿਹਾ ਚਲੋ ਇਸ ਤਰ੍ਹਾਂ ਕਰਦੇ ਹਾਂ ਹੁਣੇ ਮੈਂ ਜਾਂਦੀ ਹਾਂ ਅਤੇ ਜਾ ਕੇ ਮਹਾਂਪੁਰਖਾਂ ਨੂੰ ਦੁੱਧ ਛਕਾ ਦਿੰਦੀ ਹਾਂ। ਕਹਿੰਦੇ ਮੈਂ 1 ਬਾਲਟੀ ਜਿਹੜੀ ਭਰੀ ਦੁੱਧ ਦੀ ਲਈ ਅਤੇ ਉਸੇ ਟਾਈਮ ਪੈਦਲ ਫਿਰ ਜਿਹੜੇ ਸੀ ਉਹ ਨਿੱਕੇ ਘੁੰਮਣ ਮਹਾਂਪੁਰਖਾਂ ਦੇ ਪਾਸ ਪਹੁੰਚ ਗਏ। ਜਦੋਂ ਕਹਿੰਦੇ ਮੈਂ ਪਹੁੰਚੇ ਤਾਂ ਬਾਬਾ ਜੀ ਜਿਸ ਤਰ੍ਹਾਂ ਪਹਿਲਾਂ ਬੈਠੇ ਸੀ ਮੰਜੇ 'ਤੇ ਉਸੇ ਤਰ੍ਹਾਂ ਬੈਠੇ ਸੀ। ਕਹਿੰਦੀ ਮੈਂ ਜਾ ਕੇ ਬਾਲਟੀ ਜਿਹੜੀ ਸੀ ਮਹਾਂਪੁਰਖਾਂ ਦੇ ਚਰਨਾਂ 'ਚ ਰੱਖੀ ਅਤੇ ਬਾਬਾ ਜੀ ਨੂੰ ਕਿਹਾ, ਮੈਂ ਕਿਹਾ ਮਹਾਂਪੁਰਖ ਦੁੱਧ ਛਕੋ। ਜਦ ਇੰਨੀ ਗੱਲ ਹੋਈ ਅਤੇ ਕਹਿੰਦੇ ਬਾਬਾ ਜੀ ਕਹਿਣ ਲੱਗੇ ਵੀ ਭਾਈ ਤੂੰ ਦੁੱਧ ਆਪਣੇ ਬੱਚਿਆਂ ਨੂੰ ਛਕਾ ਦਿੰਦੀ, ਇੱਥੇ ਕੰਨ ਨੂੰ ਚੱਕ ਲਈ ਆ। ਕਹਿੰਦੇ ਮੈਂ ਮਹਾਂਪੁਰਖਾਂ ਨੂੰ ਕਿਹਾ ਬਾਬਾ ਜੀ ਘਰ ਤਾਂ ਦੁੱਧ 1-2 ਬਾਲਟੀਆਂ ਚੋਈਆਂ,
ਇੱਕ ਬਾਲਟੀ ਬੱਚਿਆਂ ਵਾਸਤੇ ਕਾਫੀ ਆ, ਹੁਣ ਇੰਨਾ ਦੁੱਧ ਅਸੀਂ ਕੀ ਕਰਨਾ ਹੈਗਾ। ਜਦ ਇੰਨੀ ਗੱਲ ਤਾਂ ਬਾਬਾ ਜੀ ਕਹਿਣ ਲੱਗੇ ਪਹਿਲਾਂ ਤੂੰ ਦੁੱਧ ਭਾਲਦੀ ਸੀਗੀ ਵੀ ਦੁੱਧ ਚਾਹੀਦਾ, ਜੇ ਹੁਣ ਤੂੰ ਦੁੱਧ ਮਿਲਿਆ ਹੈ ਤਾਂ ਤੂੰ ਸਾਡੇ ਵਾਸਤੇ ਚੱਕ ਕੇ ਲਿਆਈ ਆ। ਕਹਿੰਦੇ ਮੈਂ ਫਿਰ ਬੇਨਤੀ ਕੀਤੀ, ਮੈਂ ਕਿਹਾ ਮਹਾਂਪੁਰਖੋ ਜੀ ਕਿਰਪਾ ਕਰੋ, ਇੱਕ ਬਾਲਟੀ ਦੁੱਧ ਜਿਹੜੀ ਹੈ ਨਾ ਤੁਸੀਂ ਸਵੀਕਾਰ ਕਰ ਲਓ। ਕਹਿੰਦੇ ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਫਿਰ ਚੁੱਪ ਕਰ ਗਏ। ਫਿਰ ਕਹਿੰਦੇ ਇੱਕ ਹੋਰ ਸੇਵਾਦਾਰ ਸੀ ਉਹਨੂੰ ਕਹਿਣ ਲੱਗੇ ਇੱਦਾਂ ਕਰ, ਇੱਕ ਡੋਣਾ ਹੈ ਨਾ ਜਿਹੜਾ ਦੁੱਧ ਦਾ ਹੈਗਾ ਪੂਰਾ ਭਰ ਗਏ ਇਸ ਬੀਬੀ ਨੂੰ ਛਕਾ। ਬੀਬੀ ਜੀ ਕਹਿਣ ਲੱਗੇ ਕਿ ਜਦੋਂ ਇਹ ਗੱਲ ਹੋਈ ਸੇਵਕ ਨੇ ਉਸੇ ਟਾਈਮ ਮੇਰੀ ਬਾਲਟੀ ਜਿਹੜੀ ਗਾਂ ਦੇ ਦੁੱਧ ਦੀ ਸੀ ਉਹਦੇ ਵਿੱਚੋਂ ਇੱਕ ਵੱਡਾ ਸਾਰਾ ਜਿਹੜਾ ਸੀਗਾ ਟੋਣਾ ਕਹਿੰਦੇ ਉਹ ਭਰ ਕੇ ਅਤੇ ਕਹਿੰਦੇ ਮੈਨੂੰ ਪੇਸ਼ ਕਰ ਦਿੱਤਾ। ਜਦੋਂ ਫੜਿਆ ਤਾਂ ਕਹਿੰਦੇ ਮੈਂ ਮਨ 'ਚ ਸੋਚਿਆ ਵੀ ਕੱਚਾ ਦੁੱਧ ਵਾ, ਦੂਸਰਾ ਇਹ ਹੋਬੜੂ ਵਾਲਾ ਦੁੱਧ ਭਾਰਾ ਦੁੱਧ ਵਾ, ਅਤੇ ਐਡਾ ਜ਼ਿਆਦਾ ਦੁੱਧ ਮੈਂ ਕਿਵੇਂ ਪੀ ਸਕਦੀ ਹਾਂ। ਪਰ ਕਹਿੰਦੇ ਮੇਰੇ ਮਨ 'ਚ ਖਿਆਲ ਹੈ, ਅਤੇ ਬਾਬਾ ਜੀ ਕਹਿਣ ਲੱਗੇ ਬੀਬਾ ਇਸ ਤਰ੍ਹਾਂ ਕਰ, ਸਾਡੇ ਸਾਹਮਣੇ ਬੈਠ ਜਾ, ਸਾਡੇ ਸਾਹਮਣੇ ਬੈਠ ਕੇ ਇਹ ਸਾਰਾ ਦੁੱਧ ਤੈਨੂੰ ਛਕਣਾ ਹੀ ਪੈਣਾ। ਫਿਰ ਬੀਬੀ ਜੀ ਕਹਿਣ ਲੱਗੇ ਮੈਂ ਕਿਹਾ ਜੀ 7 ਵਚਨ। ਇਹ ਆ ਕੇ ਕਹਿੰਦੀ ਮੈਂ ਹੌਲੀ ਹੌਲੀ ਜਿਵੇਂ ਵੀ ਹੋਇਆ ਉਹ ਸਾਰਾ ਡੋਣਾ ਜਿਹੜਾ ਸੀ ਦੁੱਧ ਦਾ ਛਕਿਆ। ਉਸ ਤੋਂ ਬਾਅਦ ਫਿਰ ਕਹਿੰਦੇ ਫਿਰ ਬਾਬਾ ਜੀ ਨੇ ਮੈਨੂੰ ਜਾਣ ਦੀ ਇਜਾਜ਼ਤ ਦਿੱਤੀ। ਦੁੱਧ ਛਕਣ ਤੋਂ ਬਾਅਦ ਬੀਬੀ ਜੀ ਕਹਿਣ ਲੱਗੇ ਕਿ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਜਿਵੇਂ ਮੇਰਾ ਜਿਹੜਾ ਸਾਰਾ ਥਕੇਵਾਂ ਜਿਹੜਾ ਹੈ ਨਾ ਉਹ ਦੁੱਧ ਪੀਣ ਦੇ ਨਾਲ ਉਹ ਲੈ ਗਿਆ ਹੋਵੇ, ਅਤੇ ਮੇਰੇ ਅੰਦਰ ਬੜੀ ਚੁਸਤੀ ਅਤੇ ਫੁਰਤੀ ਆ ਗਈ। ਅਤੇ ਇਸ ਤਰ੍ਹਾਂ ਮੈਨੂੰ ਪ੍ਰਤੀਤ ਹੋਇਆ ਕਿ ਜਿਵੇਂ ਮੇਰੇ ਸਰੀਰ ਦੇ ਅੰਦਰ ਇੱਕ ਨਵਾਂ ਖੂਨ, ਇੱਕ ਨਵਾਂ ਜੋਸ਼ ਜਿਹੜਾ ਪੈਦਾ ਹੋ ਗਿਆ। ਅਤੇ ਬੀਬੀ ਜੀ ਕਹਿਣ ਲੱਗੇ ਕਿ ਮੈਂ ਫਿਰ ਉਸ ਤੋਂ ਬਾਅਦ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਆਪਣੇ ਘਰ ਪਹੁੰਚ ਗਈ। ਸੋ ਦਾਸ ਇੰਨੇ ਹੀ ਵਚਨ ਮਹਾਂਪੁਰਖਾਂ ਦੇ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕੋ ਆ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।